ਦੀ ਜੋ ਬਾਣੀਆਂ ਹਨ ਉਹਨਾਂ ਵਿੱਚੋਂ ਹੀ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਉਹ ਬਾਣੀ ਦਸਮ ਪਾਤਸ਼ਾਹ ਦੀ ਗਿੱਦੜਾਂ ਤਾਂ ਹੀ ਸ਼ੇਰ ਬਣਾਉਂਦੀ, ਇਹ ਰਚਨਾ ਸਤਿਗੁਰੂ ਦੀ ਸਿੱਧੀ ਧੁਰ ਦਰਗਾਹੋਂ ਆਉਂਦੀ। ਜੋ ਜਾਪ ਸਾਹਿਬ ਪੜ੍ਹਦਾ, ਜੋ ਜਾਪ ਸਾਹਿਬ ਪੜ੍ਹਦਾ, ਉਸ ਨੂੰ ਰੱਬ ਦੇ ਹੋਣ ਦਿਦਾਰੇ। ਗੁਰੂ ਅੰਗ ਸੰਗ ਉਹਨਾਂ ਦੇ ਬਾਣੀ ਪੜਨ ਜੋ ਗੁਰੂ ਪਿਆਰੇ। ਛੱਡ ਝੂਠੇ ਰੰਗਾਂ ਨੂੰ ਇਹ ਸੱਚਾ ਰੰਗ ਚੜਾਉਂਦੀ। ਉਹ ਬਾਣੀ ਦਸਮ ਪਾਤਸ਼ਾਹ ਦੀ ਉਹ ਗਿੱਦੜਾਂ ਤਾਂ ਹੀ ਸ਼ੇਰ ਬਣਾਉਂਦੀ। ਉਸ ਸਿਫਤਾਂ ਕਰਦੇ ਨੇ ਰੱਬ ਦੀ ਸਾਰੇ ਧਰਮਾਂ ਵਾਲੇ। ਸ੍ਰੀ ਅਕਾਲ ਉਸਤਤ ਚੋਂ ਅੱਖੀਆਂ ਸਨਮੁਖ ਕਰਨ ਦਿਦਾਰੇ। ਦੁੱਖ ਬੁਰਾ ਵਿਛੋੜੇ ਦਾ ਇਹ ਤਾਂ ਵਿਛੜਿਆ ਤਾਂ ਹੀ ਮਿਲਾਉਂਦੀ। ਉਹ ਬਾਣੀ ਦਸਮ ਪਾਤਸ਼ਾਹ ਦੀ ਗਿੱਦੜਾਂ ਤਾਂ ਹੀ ਸ਼ੇਰ ਬਣਾਉਂਦੀ। ਬਚਿੱਤਰ ਨਾਟਕ ਰਚ ਦਿੱਤਾ ਜਿਸ ਵਿੱਚ ਪੂਰਬ ਕਥਾ ਸੁਣਾਈ। ਰਚ ਚੰਡੀ ਚਰਿੱਤਰ ਨੂੰ ਦੂਜੀ ਵਾਰ ਚੰਡੀ ਦੀ ਗਾਈ। ਇਹ ਵਾਰ ਜੋ ਚੰਡੀ ਦੀ, ਇਹ ਵਾਰ ਜੋ ਚੰਡੀ ਦੀ, ਮੁਰਦਿਆਂ ਤਾਂ ਹੀ ਮਰਦ ਬਣਾਉਂਦੀ। ਬਾਣੀ ਦਸਮ ਪਾਤਸ਼ਾਹ ਦੀ ਗਿੱਦੜਾਂ ਤਾਂ ਹੀ ਸ਼ੇਰ ਬਣਾਉਂਦੀ। ਵੱਡਾ ਗੁਰਾ ਗਿਆਨ ਦੇ ਕੇ ਰਚਨਾ ਗਿਆਨ ਪ੍ਰਬੋਧ ਦੀ ਕੀਤੀ। 24 ਅਵਤਾਰਾਂ ਦੀ ਅੱਗੇ ਲਿਖ ਦਿੱਤੀ ਹੱਡ ਬੀਤੀ। ਜੋ ਕਥਾ ਚਰਿਤਰਾਂ ਦੀ ਭੁੱਲੇ ਭਟਕੇ ਰਾਹੇ ਪਾਉਂਦੀ। ਬਾਣੀ ਦਸਮ ਪਾਤਸ਼ਾਹ ਦੀ ਗਿੱਦੜਾਂ ਤਾਂ ਹੀ ਸ਼ੇਰ ਬਣਾਉਂਦੀ। ਉਹ ਸ਼ਾਸਤਰ ਤੇ ਆਸਤਰ ਵੀ, ਉਹ ਸ਼ਾਸਤਰ ਤੇ ਆਸਤਰ ਵੀ, ਗੁਰਾਂ ਨੇ ਗ੍ਰੰਥ ਵਿੱਚ ਸਤਕਾਰੇ। ਖੰਡੇ ਤੇਗਾਂ ਖੜਕਦੀਆਂ ਨੱਚਦੇ ਤੇਗਾਂ ਤੇ ਕਈ ਯੋਧੇ ਸਾਡੇ ਸਾਰੇ। ਇਹ ਅਣਖ ਦੇ ਟੀਕੇ ਲਾਉਂਦੀ। ਬਾਣੀ ਦਸਮ ਪਾਤਸ਼ਾਹ ਦੀ ਗਿੱਦੜਾਂ ਤਾਂ ਹੀ ਸ਼ੇਰ ਬਣਾਉਂਦੀ। ਲਿਖ ਦਿੱਤਾ ਔਰੰਗੇ ਨੂੰ, ਲਿਖ ਦਿੱਤਾ ਔਰੰਗੇ ਨੂੰ, ਕਲਗੀਧਰ ਜਦ ਜ਼ਫਰਨਾਮਾ। ਪੜ੍ਹ ਸੱਚ ਦੀ ਚਿੱਠੀ ਨੂੰ ਕੂਕਿਆ ਸਿਰ ਕਾਲ ਦਮਾਮਾ। ਬਾਣੀ ਪੜੋ ਹਕਾਇਤਾਂ ਦੀ, ਬਾਣੀ ਪੜੋ ਹਕਾਇਤਾਂ ਦੀ, ਸਲਾਹ ਵਾਲਿਆ ਦੁੱਖ ਮਿਟਾਉਂਦੀ। ਬਾਣੀ ਦਸਮ ਪਾਤਸ਼ਾਹ ਦੀ ਗਿੱਦੜਾਂ ਤਾਂ ਹੀ ਸ਼ੇਰ ਬਣਾਉਂਦੀ। ਬਾਣੀ ਦਸਮ ਪਾਤਸ਼ਾਹ ਦੀ ਗਿੱਦੜਾਂ ਤਾਂ ਹੀ ਸ਼ੇਰ ਬਣਾਉਂਦੀ। ਇਹ ਸਨ ਜੋ ਕਵਿਸ਼ਰੀ ਦਸਮ ਪਾਤਸ਼ਾਹ ਤੇ। ਹੁਣ ਮੈਂ ਚਾਹਾਂਗਾ ਕਿ ਆਪ ਜੀ ਨੂੰ ਜਿਸ ਦਿਨ ਵਾਸਤੇ ਅੱਜ ਆਪਾਂ ਜੁੜੇ ਹਾਂ 1984 ਨਵੰਬਰ ਦਾ ਮਹੀਨਾ, ਉਸ ਟਾਈਮ ਜੋ ਬੀਤਿਆ ਹੈ, ਸਾਡੇ ਵੀਰ ਇੱਥੇ ਬੈਠੇ ਹਨ ਜਿਨ੍ਹਾਂ ਨਾਲ ਹੱਡ ਬੀਤੀ ਹੈ। ਉਹ ਸਾਡੀਆਂ ਮਾਤਾਵਾਂ ਵੀ ਬੈਠੀਆਂ ਹਨ ਜਿਨ੍ਹਾਂ ਦੇ ਆਪ ਦੇ ਘਰ ਦੇ ਸਾਰੇ ਚਲੇ ਗਏ। ਕਿਸੇ ਦੇ 6 ਜੀ ਚਲੇ ਗਏ, ਕਿਸੇ ਦੇ 4 ਚਲੇ ਗਏ। ਸਾਡੇ ਵੀਰ ਇੱਥੇ ਬੈਠੇ ਹਨ, ਵੀਰਾਂ ਨੇ ਨਾਮ ਲੈਣ ਤੋਂ ਮਨਾ ਕੀਤਾ ਹੈ। ਸੋ ਇਹ ਵੀਰ ਜੋ ਅੱਗੇ ਬੈਠੇ ਹਨ, ਇਹਨਾਂ ਦਾ ਜੋ ਇਹ ਉਪਰਾਲਾ ਕੀਤਾ ਹੈ 1984 ਨਵੰਬਰ ਦਾ, ਇਹਨਾਂ ਵੀਰਾਂ ਦਾ ਧੰਨਵਾਦ। ਨਾਨਾਵਤੀ ਕਮਿਸ਼ਨ ਕਹਿੰਦੇ ਨੇ ਉਸ ਟਾਈਮ ਬੈਠਾ, ਜੋ ਲਾਸਟ ਰਿਪੋਰਟ ਸਨ 2000 ਵਿੱਚ ਬੈਠਾ ਸੀ ਨਾਨਾਵਤੀ ਕਮਿਸ਼ਨ, ਔਰ 2005 ਵਿੱਚ ਉਹਨਾਂ ਲਾਸਟ ਰਿਪੋਰਟ ਜੋ ਦਿੱਤੀ ਸੀ। ਉਸ ਤੋਂ ਪਹਿਲੇ 10 ਕਮਿਸ਼ਨ ਬਿਠਾਏ ਗਏ ਪਰ ਨਤੀਜਾ ਕੋਈ ਨਹੀਂ ਆਇਆ। 2005 ਦੇ ਵਿੱਚ ਜੋ ਨਾਨਾਵਤੀ ਕਮਿਸ਼ਨ ਬੈਠਾ ਉਸਨੇ ਕਈ ਨਾਮ ਉਸ ਵਿੱਚ ਅੰਕਿਤ ਕੀਤੇ ਹਨ, ਪਰ ਉਸ 'ਤੇ ਵੀ ਕੋਈ ਬਹੁਤੀ ਕਾਰਵਾਈ ਨਹੀਂ ਹੋਈ। ਜੋ ਇਹ ਸਿੱਖ ਕਤਲੇਆਮ ਹੋਇਆ ਹੈ, ਜੈਨੋਸਾਈਡ ਹੋਈ ਹੈ, ਮੈਂ ਆਪ ਜੀ ਨੂੰ ਸਿਰਫ ਇੱਕ ਵਾਕਿਆ ਸੁਣਾਉਣਾ ਹੈ ਦਿੱਲੀ ਦਾ। ਮਹਾਵੀਰ ਚੱਕਰ ਇੰਡੀਅਨ 에ਅਰ ਫੋਰਸ ਦਾ ਅਫਸਰ ਸੀ ਜੋ 3 ਤੋਂ 4 ਹਜ਼ਾਰ ਕਹਿੰਦੇ ਉੱਥੇ ਭੀੜ ਜੋ ਦੰਗਾਈ ਸਨ ਆ ਗਏ, ਉਹਦੇ ਘਰ ਨੂੰ ਘੇਰ ਲਿਆ। ਮੋਹਨਵੀਰ ਸਿੰਘ ਤਲਵਾਰ ਜੋ ਕਿ ਸੈਂਟਰ ਦਿੱਲੀ ਵਿੱਚ ਰਹਿੰਦਾ ਸੀ, ਜਿਸ ਨੇ 1965 ਤੇ 1971 ਦੀਆਂ ਜੰਗਾਂ ਲੜੀਆਂ ਸਨ ਔਰ ਜਿਤਾਈਆਂ ਸਨ। 에ਅਰ ਮਾਰਸ਼ਲ 에ਅਰ ਫੋਰਸ ਦਾ ਅਫਸਰ ਸੀ ਜੋ ਵਿੰਗ ਕਮਾਂਡਰ। ਔਰ ਉਹ ਦੇਖੋ ਤੁਸੀਂ ਉਸ ਦੇ ਘਰ ਵੀ ਜੋ 21 ਸਾਲ ਹੋ ਗਏ, ਦੇਖੋ 21 ਸਾਲ
ਇਹਨਾਂ ਨੇ ਕਮੇਟੀਆਂ ਬਣਾਈਆਂ, ਜਾਂਚਾਂ ਕੀਤੀਆਂ, ਪਰ ਕੁਝ ਵੀ ਸਫਲ ਨਹੀਂ ਹੋਇਆ। ਪਰ ਕਿਸਾਨਾਂ ਦੇ ਹੱਕ ਵਿੱਚ ਜਿਹੜੇ ਬੋਲਦੇ ਨੇ ਉਹਨਾਂ ਦੀਆਂ ਰਿਪੋਰਟਾਂ ਇਹਨਾਂ ਕੋਲ 6 ਮਹੀਨਿਆਂ ਦੇ ਵਿੱਚ ਬਣ ਜਾਂਦੀਆਂ ਨੇ, ਪਰ 21 ਸਾਲ ਬੀਤਣ 'ਤੇ ਵੀ ਉਹਨਾਂ ਕੋਈ ਇਸ 'ਤੇ ਅਸਰ ਨਹੀਂ ਕੀਤਾ ਐਡਾ। 1 ਨਵੰਬਰ ਨੂੰ ਕਹਿੰਦੇ 에ਅਰਫੋਰਸ ਦੇ ਕਮਾਂਡਿੰਗ ਅਫਸਰ ਦਾ ਘਰ ਘੇਰ ਲਿਆ, ਜਿਹੜਾ 4-5 ਘੰਟੇ ਉਹ ਭੀੜ ਨੂੰ ਜੋ ਦੰਗਾਈ ਆਏ ਸਨ 3-4 ਹਜ਼ਾਰ ਦੇ ਨਾਲ ਲੜਦਾ ਰਿਹਾ ਇਕੱਲਾ ਹੀ। ਵੈਸਟ ਪਟੇਲ ਨਗਰ ਵਿੱਚ ਉਹ ਰਹਿਣ ਵਾਲਾ ਸੀ, ਘਰ ਨੂੰ ਅੱਗ ਲਾ ਦਿੱਤੀ ਗਈ। ਉਹ ਬੈਕਯਾਰਡ ਦੇ ਵਿੱਚ ਸਾਰਾ ਪਰਿਵਾਰ ਚਲਾ ਗਿਆ, ਪਰ ਉਹ ਵਿੰਗ ਕਮਾਂਡਰ ਕੋਲ ਇੱਕ ਸ਼ੋਟਗਨ ਸੀ। ਉਹ ਰੁਕ ਰੁਕ ਕੇ ਫਾਇਰਿੰਗ ਕਰਦੇ ਰਹਿੰਦੇ, ਪਰ 3-4 ਹਜ਼ਾਰ ਦੇ ਕਰੀਬ ਹਜੂਮ ਨੂੰ ਉਹਨਾਂ ਰੋਕੀ ਰੱਖਿਆ ਕਾਫੀ ਟਾਈਮ, 5-6 ਘੰਟੇ ਤੱਕ ਰੋਕੀ ਰੱਖਿਆ। ਉਸ ਤੋਂ ਬਾਅਦ ਉਹਨਾਂ ਕੋਲੋਂ 5-6 ਬੰਦੇ ਵੀ ਜੋ ਦੰਗਾਈਆਂ ਦੇ ਸਨ ਮਾਰੇ ਗਏ, ਪਰ ਪੁਲਿਸ ਤਮਾਸ਼ਾ ਵੇਖਦੀ ਰਹੀ। ਉਹਨਾਂ ਨੇ ਕਾਲਾਂ ਵੀ ਪੁਲਿਸ ਨੂੰ ਕੀਤੀਆਂ, ਹੋਮ ਮਿਨਿਸਟਰੀ 'ਚ ਵੀ ਕਾਲਾਂ ਲਾਈਆਂ, ਪਰ ਕੋਈ ਜਵਾਬ ਨਹੀਂ ਆਇਆ। ਫਿਰ ਉਹਨਾਂ ਨੂੰ ਸ਼ਾਮ ਦੇ ਜਦ 5 ਵੱਜ ਗਏ, ਜਦੋਂ ਪਤਾ ਲੱਗ ਗਿਆ ਕਿ ਉੱਪਰ ਪੁਲਿਸ ਨੂੰ ਕਿ ਬਈ ਅੰਦਰ ਉਹ ਗਨ ਲੈ ਕੇ ਬੈਠਾ ਹੈ, ਤੇ ਇਸ ਤਰ੍ਹਾਂ ਦੰਗਾਈ ਜਿਹੜੇ ਹਨ ਜਾ ਨਹੀਂ ਸਕਦੇ ਅੰਦਰ। ਪੁਲਿਸ ਕਮਿਸ਼ਨਰ ਆਪ ਆਇਆ ਉੱਥੋਂ। ਪੁਲਿਸ ਕਮਿਸ਼ਨਰ ਨੇ ਆ ਕੇ ਗੱਲਬਾਤ ਕਰਨੀ ਚਾਹੀ ਕਿ ਤੁਸੀਂ ਗਨ ਸੁੱਟ ਕੇ ਆਤਮ ਸਮਰਪਣ ਕਰ ਦਿਓ। ਜਦ ਕਿ ਵਿੰਗ ਕਮਾਂਡਰ ਜਿਹੜਾ ਅਫਸਰ ਸੀ ਉਹਨੂੰ ਪਤਾ ਲੱਗ ਗਿਆ ਕਿ ਬਈ ਪੁਲਿਸ ਦੀ ਕਰਤੂਤ ਕੀ ਹੈ ਤੇ ਆਪ ਮਿਲੀ ਹੋਈ ਹੈ ਇਹਨਾਂ ਨਾਲ। ਉਹ ਕਹਿੰਦਾ ਮੈਂ ਇਸ ਤਰ੍ਹਾਂ ਨਹੀਂ ਇਹ ਆਤਮ ਸਮਰਪਣ ਕਰਨਾ, ਆਰਮੀ ਦਾ ਆਫੀਸਰ ਕੋਈ ਲੈ ਕੇ ਆਓ, ਆਰਮੀ ਦੇ ਅੱਗੇ ਹੀ ਮੈਂ ਕਰਾਂਗਾ ਕਿਉਂਕਿ ਮੈਂ ਖੁਦ 에ਅਰਫੋਰਸ ਦਾ ਅਫਸਰ ਹਾਂ। ਉਸ ਤੋਂ ਬਾਅਦ ਫਿਰ ਇੱਕ ਆਰਮੀ ਨਾਲ ਕੰਟੈਕਟ ਕੀਤਾ ਗਿਆ, ਆਰਮੀ ਦਾ ਮੇਜਰ ਮੰਗਵਾਇਆ ਗਿਆ। ਉਸ ਮੇਜਰ ਦੇ ਅੱਗੇ ਆਰਮੀ ਦੇ ਫਿਰ ਉਹਨਾਂ ਨੇ ਆਤਮ ਸਮਰਪਣ ਕੀਤਾ ਔਰ ਆਪਣਾ ਪਰਿਵਾਰ ਇਸ ਤਰ੍ਹਾਂ ਉਹਨਾਂ ਬਚਾਇਆ। ਕਿਉਂਕਿ ਦੇਖੋ ਇੱਕ ਸਿੰਘ ਕੋਲ ਹਥਿਆਰ ਸੀ, ਸਿਰਫ 3-4 ਹਜ਼ਾਰ ਦੀ ਭੀੜ ਨੂੰ ਰੋਕੀ ਰੱਖਿਆ ਉਸਨੇ। ਹੁਣ ਹੋਇਆ ਕੀ ਸੀ ਉੱਥੇ, ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਪਿਛਲੇ ਤੋਂ ਸਾਨੂੰ ਸਿੱਖਣਾ ਚਾਹੀਦਾ ਕਿ ਕਿਵੇਂ ਉਹਨੇ ਰੋਕਿਆ, ਕਿਉਂਕਿ ਹਥਿਆਰਬੰਦ ਸੀ। ਇਸ ਕਰਕੇ ਅੱਜ ਹਥਿਆਰਬੰਦ ਇਹ ਕੋਈ ਜ਼ਰੂਰੀ ਨਹੀਂ ਆਪਾਂ ਹਥਿਆਰ ਕਿਸੇ ਨੂੰ ਮਾਰਨ ਲਈ ਰੱਖਣੇ ਹਨ, ਸੈਲਫ ਡਿਫੈਂਸ ਲਈ ਜ਼ਰੂਰੀ ਹਨ। ਉਸ ਤੋਂ ਬਾਅਦ 5-6 ਬੰਦੇ ਮਾਰਨ ਦਾ ਕੇਸ ਵੀ ਉਸ 'ਤੇ ਪਾਇਆ ਗਿਆ ਅਫਸਰ 'ਤੇ, ਗੌਰਮੈਂਟ ਨੇ। ਉਹ ਕੁਝ ਮਹੀਨਿਆਂ ਵਿੱਚ ਹੀ ਬਰੀ ਹੋ ਗਿਆ ਕਿਉਂਕਿ ਸੈਲਫ ਡਿਫੈਂਸ ਵਾਸਤੇ ਉਹਨੇ ਕੰਮ ਕੀਤਾ ਸੀ। ਕੇਸ ਡਿਸਮਿਸ ਹੋ ਗਿਆ ਕਿ ਭਈ ਇਹਨੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਕੀਤਾ ਸੀ। ਇਸ ਕਰਕੇ ਉਹ 2019 ਵਿੱਚ ਹੋਣੀ ਪੂਰੇ ਹੋਏ ਨੇ। ਅਤੇ ਸਭ ਤੋਂ ਵੱਧ ਕਤਲੇਆਮ ਜਿਹੜਾ ਤਰਲੋਕਪੁਰੀ ਅਤੇ ਮੰਗੋਲਪੁਰੀ ਵਿੱਚ ਹੋਇਆ। ਤਰਲੋਕਪੁਰੀ ਦੇ ਵਿੱਚ ਬਹੁਤ ਸਾਰੇ ਸਿੱਖ ਮਾਰ ਦਿੱਤੇ ਗਏ, ਸ਼ਹੀਦ ਕਰ ਦਿੱਤੇ ਗਏ। ਪਹਿਲਾਂ ਇੱਕ ਵਾਰੀ ਦੰਗਾਈ ਆਏ ਸਨ, ਸਿੱਖਾਂ ਕੋਲ ਰਵਾਇਤੀ ਹਥਿਆਰ ਸਨ, ਜਿਵੇਂ ਆਪਣੀਆਂ ਕਿਰਪਾਨਾਂ, ਸ੍ਰੀ ਸਾਹਿਬ ਜਾਂ ਲੋਹੇ ਦੀਆਂ ਰਾਡਾਂ, ਇਹੋ ਜਿਹੇ ਹਥਿਆਰ ਸਨ। ਇਸ ਕਰਕੇ ਉਹ ਇਕੱਠੇ ਹੋ ਕੇ ਪਹਿਲੇ ਲੜੇ, ਉਹ ਦੰਗਾਈ ਪਹਿਲੇ ਭੱਜ ਗਏ ਸਨ ਉੱਥੋਂ। ਉਸ ਤੋਂ ਬਾਅਦ ਫਿਰ ਪੁਲਿਸ ਨੂੰ ਬੁਲਾਇਆ ਗਿਆ ਕਿ ਭਾਈ ਸਿੱਖਾਂ ਕੋਲ ਤਾਂ ਹਥਿਆਰ ਹਨ, ਇਕੱਠੇ ਹੋਏ ਹਨ ਇੱਥੇ, ਇਸ ਤਰ੍ਹਾਂ ਤੇ ਅਸੀਂ ਇਹਨਾਂ ਨੂੰ ਨਹੀਂ ਕਿਹਾ ਮਾਰ ਸਕਦੇ। ਉਸ ਤੋਂ ਬਾਅਦ ਤਰਲੋਕਪੁਰੀ ਦਾ ਜਿਹੜਾ ਥਾਣਾ SHO ਸੂਰਬੀਰ ਤਿਆਗੀ ਉਸ ਨੂੰ ਕਹਿੰਦੇ ਹਨ, ਸੂਰਬੀਰ ਤਿਆਗੀ ਜੋ ਦੱਸਿਆ ਇਤਿਹਾਸ ਵਿੱਚ, ਉਹ ਤਰਲੋਕਪੁਰੀ ਦਾ SHO ਕਹਿੰਦਾ ਮੈਂ ਤੁਹਾਡੀ ਰਾਖੀ ਕਰਾਂਗਾ, ਫਿਕਰ ਨਾ ਕਰੋ ਸਿੱਖੋ, ਤੁਸੀਂ ਹਥਿਆਰ ਦੇ ਦਿਓ, ਅਸੀਂ ਤੁਹਾਡੀ ਰਾਖੀ ਲਈ ਖੜ੍ਹੇ ਹਾਂ। ਉਸ ਤੋਂ ਬਾਅਦ ਸਿੱਖਾਂ ਨੇ ਇਤਬਾਰ ਕੀਤਾ ਗੌਰਮੈਂਟ 'ਤੇ ਕਿ ਚਲੋ ਪੁਲਿਸ ਆ ਗਈ ਹੈ, ਕੋਈ ਗੱਲ ਨਹੀਂ, ਸਾਡੀ ਰਾਖੀ ਕਰੇਗੀ। ਇਹ ਗਲਤੀ ਸਿੱਖਾਂ ਤੋਂ ਸਿਰਫ ਇਹੀ ਹੋਈ ਕਿ ਹਥਿਆਰ ਲੈ ਲਏ ਉਹਨਾਂ ਨੇ ਔਰ ਉਹ ਚਲੇ ਗਏ। ਉਸ ਤੋਂ ਬਾਅਦ ਘੰਟੇ 2 ਘੰਟੇ ਬਾਅਦ ਫਿਰ ਉਹ ਭੀੜ ਆ ਗਈ, ਦੰਗਾਈ ਆ ਗਏ। ਉਹਨਾਂ ਨੇ ਜਦੋਂ ਸਿੱਖ ਘਰਾਂ ਦੇ ਵਿੱਚ ਚਲੇ ਗਏ ਅਤੇ ਇਕੱਲੇ ਘਰ 'ਤੇ ਜਾ ਕੇ ਉਹਨਾਂ ਅਟੈਕ ਕੀਤਾ। ਫਿਰ ਉਹ ਘਰਾਂ 'ਤੇ ਹਮਲਾ ਕਰਕੇ ਸਿੱਖਾਂ ਨੂੰ ਮਾਰਿਆ ਗਿਆ, ਜੈਨੋਸਾਈਡ ਕੀਤੀ ਗਈ। ਬਹੁਤ ਸਾਰੀਆਂ ਵਿਧਵਾਵਾਂ ਨੂੰ ਤਿਲਕ ਵਿਹਾਰ ਵਿੱਚ ਵੀ ਵਸਾਇਆ ਗਿਆ। ਹੁਣ ਉਹ ਇਲਾਕੇ ਦੇ ਜਿਹੜੇ MP ਸਨ, HKL ਭਗਤ, ਜਿਨ੍ਹਾਂ ਦੇ ਛਾਇਆ ਹੈਤ ਇਹ ਸਾਰਾ ਕੁਝ ਹੋ ਰਿਹਾ ਸੀ, ਕਾਂਗਰਸ ਦੇ ਉਹ ਜੋ MP ਸਨ ਉਸ ਟਾਈਮ, HKL ਭਗਤ ਜਿਹੜਾ ਦਿੱਲੀ ਈਸਟ ਤੋਂ MP ਸੀ। ਜਗਦੀਸ਼ ਟਾਈਟਲ ਗੁਰਦੁਆਰਾ ਪੁਲ ਬੰਗਸ਼ ਦਾ ਕਤਲੇਆਮ ਦੇ ਉਸ ਦਾ ਹੱਥ ਸੀ, ਉਹ ਵੀ ਉਸ ਟਾਈਮ MP ਸੀ। ਕੋਈ ਛੋਟੇ ਮੋਟੇ ਲੀਡਰ ਨਹੀਂ ਸਨ, ਉਹ ਕਾਂਗਰਸ ਦੇ MP ਸਨ ਉਸ ਟਾਈਮ। ਔਰ ਸੱਜਣ ਕੁਮਾਰ ਸਾਊਥ ਵੈਸਟ ਤੋਂ MP ਸੀ, ਜਿਸ ਨੂੰ 2018 'ਚ ਹੁਣ ਸਜ਼ਾ ਹੋਈ ਜਾ ਕੇ। ਉਹ ਟਾਈਟਲਰ ਅਤੇ ਰਾਜੀਵ ਗਾਂਧੀ, ਜਗਦੀਸ਼ ਟਾਈਟਲਰ MP ਸੀ, ਰਾਜੀਵ ਗਾਂਧੀ ਨਾਲ ਉਸ ਟਾਈਮ ਉਹ ਦਿਨੇ ਇਕੱਠੇ ਕਾਰ ਵਿੱਚ ਘੁੰਮਦੇ ਰਹੇ ਉੱਥੇ ਕਿ ਕਿੰਨੇ ਕੁ ਸਿੱਖ ਮਾਰ ਦਿੱਤੇ ਗਏ ਹਨ, ਉਹ ਮੌਕਾ ਵੇਖਦੇ ਰਹੇ ਉੱਥੇ। ਉਸ ਤੋਂ ਬਾਅਦ ਗੁਰਦੁਆਰਾ ਰਕਾਬਗੰਜ ਸਾਹਮਣੇ ਜੋ ਭੀੜ ਦੰਗਾਈਆਂ ਦੀ ਇਕੱਠੀ ਹੋਈ ਸੀ, ਉੱਥੇ ਪਹਿਲੇ 2 ਸਿੱਖਾਂ ਨੂੰ ਮਾਰਿਆ ਗਿਆ, ਜਿਸ ਭੀੜ ਨਾਲ ਕਮਲਨਾਥ ਨੂੰ ਵੇਖਿਆ ਗਿਆ। ਉਹ ਪੱਤਰਕਾਰ ਸੰਜੇ ਸੂਰੀ ਜੋ ਲੰਡਨ ਵਿੱਚ ਹੈ, ਉਸਨੇ ਖੁਦ ਗਵਾਹੀ ਦਿੱਤੀ ਹੈ ਕਿ ਅਸੀਂ ਇਸ ਨੂੰ ਵੇਖਿਆ ਹੈ, ਜਦ ਕਿ ਕਮਲਨਾਥ ਮੁੱਖ ਮੰਤਰੀ ਬਣਿਆ ਬਾਅਦ ਵਿੱਚ ਹੁਣ ਮੱਧ ਪ੍ਰਦੇਸ਼ ਦਾ ਵੀ।
ਉਸ 'ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਕਰਕੇ ਇਹ ਜੋ MP ਦੇ ਮੁੱਖ ਮੰਤਰੀ ਵੀ ਬਣੇ, ਦੇਖੋ ਕਾਂਗਰਸ ਨੇ ਕਿੱਡੇ ਅਹੁਦੇ ਦੇ ਕੇ ਉਹਨਾਂ ਨੂੰ ਨਵਾਜਿਆ, ਔਰ ਇਹ ਜੋ ਕਤਲੇਆਮ ਹੋਇਆ ਬਹੁਤ ਮਾੜਾ ਸੀ। ਜੋ ਸਾਡੇ ਵੀਰ ਬੈਠੇ ਆ, ਇਹਨਾਂ ਦੇ ਪਿਓ, ਭਾਈ, ਭੈਣ ਭਰਾ, ਕਈਆਂ ਦਾ ਉੱਥੇ ਕਤਲੇਆਮ ਹੋਇਆ। ਇਸ ਕਰਕੇ ਇਹ ਜੈਨੋਸਾਈਡ ਜੋ ਸਾਡੀ ਹੋਈ, ਇਹ ਅਸੀਂ ਹਮੇਸ਼ਾ ਯਾਦ ਰੱਖਦੇ ਹਾਂ, ਕਿਉਂਕਿ ਜਦੋਂ ਪੰਜਾਬ 'ਤੇ ਭੀੜ ਪੈਂਦੀ ਹੈ, ਦਿੱਲੀ ਵਾਲੇ ਸਿੱਖ ਵੀ ਬੋਲਦੇ ਹਨ, ਉਹ ਜਦ ਦਿੱਲੀ ਵਾਲੇ ਸਿੱਖਾਂ 'ਤੇ ਕੋਈ ਭਾਰੀ ਪੈਂਦੀ ਹੈ ਤਾਂ ਪੰਜਾਬ ਨੂੰ ਵੀ ਦਰਦ ਹੁੰਦਾ ਹੈ। ਇਸ ਕਰਕੇ ਉਸ ਤੋਂ ਬਾਅਦ ਜਿਸ ਤਰ੍ਹਾਂ ਬਲਵਾਨ ਖੋਖਰ, ਅਰਜਨ ਦਾਸ ਹੋਰਨਾਂ ਨੂੰ ਸਹੁਦੇ ਲਾਏ ਗਏ ਸਿੰਘਾਂ ਵੱਲੋਂ, ਅਤੇ ਉਹ ਆਪ ਜੀ ਜਾਣਦੇ ਹੋ, ਉਸ ਪਾਸੇ ਮੈਂ ਨਾ ਜਾਵਾਂ। ਹੋਰ ਇਹ ਜੋ ਵੀਰਾਂ ਨੇ ਉਪਰਾਲਾ ਕੀਤਾ ਹੈ, ਅਸੀਂ ਚਾਹੁੰਦੇ ਹਾਂ ਹਰ ਸਾਲ ਜ਼ਰੂਰ ਇਹ ਉਪਰਾਲਾ ਕਰਿਆ ਕਰਨ, ਤਾਂ ਜੋ ਅਸੀਂ ਸ਼ਹੀਦਾਂ ਨੂੰ ਯਾਦ ਰੱਖ ਸਕੀਏ, ਜੋ ਸਾਡੇ ਪਰਿਵਾਰ ਚਲੇ ਗਏ ਹਨ ਉਹਨਾਂ ਨੂੰ ਯਾਦ ਕਰ ਸਕੀਏ। ਮੈਂ ਆਪ ਜੀ ਨੂੰ ਥੋੜ੍ਹਾ ਜਿਹਾ ਹੁਣ ਕਿਸਾਨਾਂ ਬਾਰੇ ਵੀ ਇੱਕ ਦੋ ਗੱਲਾਂ ਕਰਨੀਆਂ ਹਨ, 1 ਮਿੰਟ ਆਪ ਜੀ ਦਾ ਹੋਰ ਲੈਣਾ ਹੈ। ਕਿਸਾਨਾਂ ਦੇ ਹੱਕ ਵਿੱਚ ਜੋ ਇੱਥੋਂ ਅਮਰੀਕਾ ਤੋਂ ਗਏ ਸਨ ਧਾਲੀਵਾਲ ਸਾਹਿਬ ਦਰਸ਼ਨ ਸਿੰਘ ਜੀ, ਉਹਨਾਂ ਨੂੰ ਏਅਰਪੋਰਟ ਤੋਂ ਮੋੜ ਦਿੱਤਾ ਗਿਆ, ਕਿਉਂਕਿ ਉਹ ਕਿਸਾਨਾਂ ਦੇ ਹੱਕ ਵਿੱਚ ਉੱਥੇ ਲੰਗਰ ਲਾਇਆ ਸੀ। ਹੋਰ ਵੀ ਸਪੇਨ ਤੋਂ 1-2 ਵੀਰ ਸਾਡੇ ਪਤਾ ਲੱਗਾ, ਉਹਨਾਂ ਨੂੰ ਵੀ ਏਅਰਪੋਰਟ ਤੋਂ ਵਾਪਸ ਮੋੜ ਦਿੱਤਾ ਗਿਆ ਦਿੱਲੀ ਤੋਂ, ਕਿਉਂਕਿ ਉਹ ਕਿਸਾਨਾਂ ਦੇ ਹੱਕ ਵਿੱਚ ਬੋਲੇ ਸੀ। ਇਸ ਕਰਕੇ ਇਹ ਜੋ ਜ਼ਮੀਨਾਂ ਬਚਾਉਣ ਦਾ ਜੋ ਕੰਮ ਚੱਲਿਆ ਹੈ, ਉਹ ਕਾਨੂੰਨ ਤਾਂ ਪਤਾ ਨਹੀਂ ਉਹਨਾਂ ਰੱਦ ਕਰਨੇ ਹਨ ਜਾਂ ਨਹੀਂ ਕਰਨੇ ਹਨ, ਪਰ ਬਾਹਰਲੇ ਸਿੱਖਾਂ ਦੀਆਂ ਪਹਿਲੇ ਇੱਕ ਬਲੈਕ ਲਿਸਟ ਜਿਹੜੀ ਖਤਮ ਕੀਤੀ ਸੀ, ਦੁਬਾਰੇ ਬਣਨੀ ਸ਼ੁਰੂ ਹੋ ਗਈ ਹੈ, ਕਿਉਂਕਿ ਆਹ ਸਿੱਖਾਂ ਨੂੰ ਰੋਕਿਆ ਜਾਵੇ। ਸਿਰਫ ਇਹ ਨਹੀਂ ਕਿ ਕੋਈ ਖਾਲਿਸਤਾਨ ਕਹਿ ਦਿੰਦਾ ਹੈ ਉਸ ਲਈ ਰੋਕਿਆ ਜਾਵੇ, ਕਿਸਾਨਾਂ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਵੀ ਰੋਕਿਆ ਜਾ ਰਿਹਾ ਹੈ, ਜਦ ਕਿ ਉਹ ਕੋਈ ਉਹਨਾਂ ਦਾ ਕੋਈ ਇਹੋ ਜਿਹਾ ਹੈ ਨਹੀਂ ਇਹੋ ਜਿਹਾ ਮੰਨੋ ਕਿ ਅਸੀਂ ਕੋਈ ਵੱਖ ਲੈਣਾ ਹੈ ਜਾਂ ਕੋਈ ਦੰਗੇ ਕਰਨੇ ਹਨ ਉੱਥੇ ਜਾ ਕੇ, ਇਹੋ ਜਿਹਾ ਕੋਈ ਨਹੀਂ ਹੈ। ਸਿਰਫ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਕਿਸਾਨਾਂ ਦੇ ਹੱਕ ਵਿੱਚ ਉਹ ਬੋਲ ਰਹੇ ਨੇ, ਔਰ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਏਅਰਪੋਰਟ 'ਤੇ। ਇਸ ਕਰਕੇ ਸਾਰੇ ਵੀਰਾਂ ਨੂੰ ਹੰਬਲਾ ਮਾਰਨ ਦਾ ਜ਼ਰੂਰਤ ਹੈ, ਔਰ ਜਿੱਥੇ ਵੀ ਆਪ ਜੀ ਨੂੰ ਜੋ ਮੌਕਾ ਮਿਲਦਾ ਹੈ ਜ਼ਰੂਰ ਆਪ ਜੀ ਆਪਣੇ ਬਾਰੇ ਦੱਸੋ ਕਿ ਭਾਈ ਅਸੀਂ ਇਸ ਕਰਕੇ ਬੋਲ ਰਹੇ ਹਾਂ, ਜਾਂ ਕੋਈ ਸੈਨੇਟਰ ਨੂੰ ਜਾਣਦਾ ਹੈ, ਕਾਂਗਰਸਮੈਨ ਨੂੰ ਜਾਣਦਾ ਹੈ, ਉਹਨਾਂ ਨੂੰ ਦੱਸਣਾ ਇੱਥੇ ਬਹੁਤ ਜ਼ਰੂਰੀ ਹੈ ਕਿ ਕੀ ਉੱਥੇ ਧੱਕਾ ਹੋ ਰਿਹਾ ਹੈ। ਮੈਂ ਗੱਲ ਕਰਾਂਗਾ ਭਾਈ ਗੁਰਦਾਸ ਜੀ ਦੀ। ਪਿਛਲੇ 2 ਵੀਕ ਪਹਿਲੇ ਜੋ ਗੁਰਮੰਤਰ 'ਤੇ ਥੋੜ੍ਹਾ ਜਿਹਾ ਸਾਡੇ ਭਾਈ ਸਾਹਿਬ ਸਨ, ਕੋਈ ਉਹਨਾਂ ਨੇ ਉਂਗਲੀ ਉਠਾਈ ਸੀ, ਉਹ ਵੀਰ ਨੂੰ ਸ਼ਾਇਦ ਪਤਾ ਨਹੀਂ, ਚਲੋ ਅੱਜ ਆਏ ਨਹੀਂ ਉਹ ਇਸ ਕਰਕੇ ਕੁਝ ਸੰਗਤਾਂ ਨੇ ਪੁੱਛਿਆ ਜੀ, ਉਹ ਕਲੀਅਰ ਕਰਨਾ ਜ਼ਰੂਰੀ ਹੈ ਕੀ ਗੱਲ ਹੋਈ, ਕਿਉਂ ਉਸ ਨੂੰ ਬਿਠਾ ਦਿੱਤਾ ਸਟੇਜ ਤੋਂ। ਉਸ ਨੂੰ ਇਸ ਕਰਕੇ ਸਿਰਫ ਬਿਠਾਇਆ ਗਿਆ ਸੀ ਕਿ ਉਹ ਗੁਰਮੰਤਰ 'ਤੇ ਥੋੜ੍ਹਾ ਬੋਲ ਰਹੇ ਸਨ ਕਿ ਵਾਹਿਗੁਰੂ ਗੁਰਮੰਤਰ ਹੈ, ਇਹ 5-7 ਵਾਰੀ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਬਾਕੀ ਹਰੀ ਹਰੀ ਜ਼ਿਆਦਾ ਲਿਖਿਆ ਹੈ, ਇਸ ਕਰਕੇ ਗੁਰਮੰਤਰ ਸ਼ਾਇਦ ਹਰੀ ਹਰੀ ਹੈ। ਸਾਨੂੰ ਜਦੋਂ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਸਾਡਾ ਗੁਰਮੰਤਰ ਉਹ ਵਾਹਿਗੁਰੂ ਜਾਪ ਦੱਸਦੇ ਨੇ, ਵਾਹਿਗੁਰੂ ਗੁਰਮੰਤਰ ਹੈ, ਹਮ ਜਪ ਹਉਮੈ ਜਾਏ, ਇਹ ਅਹੰਕਾਰ ਦੂਰ ਕਰਦੀ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਤੋਂ ਚੱਲਦਾ ਆ ਰਿਹਾ ਹੈ। ਤੁਸੀਂ ਜਨਮ ਸਾਖੀ ਗੁਰੂ ਨਾਨਕ ਪਾਤਸ਼ਾਹ ਦੀ ਪੜ੍ਹ ਕੇ ਦੇਖੋ, ਭਾਈ ਬਾਲੇ ਜੀ ਵਾਲੀ ਗੁਰੂ ਅੰਗਦ ਸਾਹਿਬ ਨੇ ਜਿਹੜੀ ਲਿਖਵਾਈ ਸੀ, ਉਸ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਮਰਦਾਨਿਆ ਜਪ ਵਾਹਿਗੁਰੂ, ਜਾਂ ਸਤ ਕਰਤਾਰ ਜਾਂ ਵਾਹਿਗੁਰੂ, ਇਹ ਲਿਖਿਆ ਹੋਇਆ ਹੈ ਉਸ ਵਿੱਚ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਜੋ ਕਾਸ਼ੀ ਗਏ ਸਨ, ਬਨਾਰਸ, ਗੁਰੂ ਨਾਨਕ ਪਾਤਸ਼ਾਹ ਪਹਿਲੇ ਗਏ ਸਨ, ਉੱਥੇ ਗੁਰਦੁਆਰਾ ਸਾਹਿਬ ਹੈ ਚੇਤਨ ਮੱਠ। ਆਪ ਸੰਗਤਾਂ ਜੇ ਚਾਹੋ ਤਾਂ ਉੱਥੇ ਦਰਸ਼ਨ ਕਰਨੇ ਜ਼ਰੂਰ, ਕਾਸ਼ੀ ਬਨਾਰਸ ਜਾ ਕੇ ਚੇਤਨ ਮੱਠ ਦੇ, ਉੱਥੇ ਗੁਰੂ ਨਾਨਕ ਪਾਤਸ਼ਾਹ ਹੋ ਕੇ ਗਏ ਹਨ। ਔਰ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਆਏ ਸਨ, ਉਹਨਾਂ ਨੇ 7000 ਪੰਡਤਾਂ ਨੂੰ ਬਾਣੀ ਨਾਲ ਉੱਥੇ ਜੋੜਿਆ, ਸੰਸਕ੍ਰਿਤ ਵਿੱਚ ਉਸ ਦੇ ਜੋ ਵਾਹਿਗੁਰੂ ਗੁਰਮੰਤਰ ਦੇ ਅਰਥ ਕੀਤੇ। ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਉੱਥੇ ਹੋ ਕੇ ਗਏ ਸਨ। ਇੰਨਾ ਕੁਝ ਕਹਿੰਦੇ ਹੋਇਆ ਦਾਸ ਖਿਮਾ ਦਾ ਜਾਚਕ ਹੋਵੇਗਾ, ਟਾਈਮ ਬਹੁਤ ਹੋ ਗਿਆ, ਸੋ ਸਾਡੇ ਰਾਗੀ ਵੀਰਾਂ ਦਾ ਅੱਗੇ ਟਾਈਮ ਹੈ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ, ਇਸੇ ਤਰ੍ਹਾਂ ਆਪ ਅਸੀਸਾਂ ਬਖਸ਼ਿਓ ਕਿ ਇਸੇ ਤਰ੍ਹਾਂ ਗੁਰੂ ਸਾਹਿਬ ਨਾਲ ਜੁੜੇ ਰਹੀਏ। ਔਰ 1984 ਦੀਆਂ ਸੀਡੀਆਂ ਜੋ ਸਾਹਮਣੇ ਪਈਆਂ ਹਨ, ਆਪ ਸੰਗਤਾਂ ਨੇ ਜ਼ਰੂਰ ਲੈ ਕੇ ਜਾਣੀਆਂ ਹਨ, ਗੋਲਕ ਦੇ ਨਾਲ ਹੀ ਪਈਆਂ ਹੋਈਆਂ, ਨਵੰਬਰ 1984 ਦੀਆਂ। ਇਹਨਾਂ ਕੋਈ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੋਵੇਗਾ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।